ਭਿੰਦਾ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹਦਾ ਕੰਮ ਬਹੁਤ ਵਧੀਆ ਚੱਲ ਪਿਆ ਸੀ। ਆਪਣੀ ਪਤਨੀ ਦੇ ਨਾਲ ਹੱਸਦੀ ਖੇਡਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸ਼ੀਲਾ ਸਿਆਣੀ ਵੀ ਸੀ ਤੇ ਸੋਹਣੀ ਵੀ। ਵਿਆਹ ਨੂੰ 5 ਸਾਲ ਹੋ ਗਏ ਨੇ, ਪਰ ਹਾਲੇ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਫਿਰ ਵੀ ਭਿੰਦਾ ਖੁਸ਼ ਹੈ, ਕਿਉਂਕਿ ਇੰਨਾ ਪਿਆਰ ਕਰਨ ਵਾਲੀ ਤੇ ਸੋਹਣੀ ਵਹੁਟੀ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਹੱਸਦੇ ਖੇਡਦੇ ਪਰਿਵਾਰ ਨੂੰ ਅਚਾਨਕ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ। ਇੱਕ ਦਿਨ ਭਿੰਦਾ ਆਪਣੀ ਦੁਕਾਨ ਦੇ ਲਈ ਸਮਾਨ ਲੈਣ ਸ਼ਹਿਰ ਜਾ ਰਿਹਾ ਸੀ। ਰਸਤੇ ਵਿੱਚ ਕੋਈ ਟਰੱਕ ਵਾਲਾ ਉਸਦੇ ਮੋਟਰਸਾਈਕਲ ਨੂੰ ਫੇਟ ਮਾਰ ਗਿਆ। ਭਿੰਦਾ ਉੱਥੇ ਡਿੱਗ ਪਿਆ। ਇਹ ਤਾਂ ਸ਼ੁਕਰ ਹੈ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੇ ਉਹਨੂੰ ਦੇਖਿਆ ਤੇ ਝੱਟ ਉਸਨੂੰ ਚੁੱਕ ਕੇ ਹਸਪਤਾਲ ਲੈ ਗਏ ਤੇ ਮੌਕੇ ਤੇ ਹਸਪਤਾਲ ਪਹੁੰਚਣ ਕਰਕੇ ਉਸਦੀ ਜਾਨ ਤਾਂ ਬਚ ਗਈ, ਪਰ ਸਿਰ ਵਿੱਚ ਸੱਟ ਵੱਜ ਗਈ। ਕੰਮਕਾਰ ਤੋਂ ਨਕਾਰਾ ਹੋ ਗਿਆ ਤੇ ਮੰਜੇ ਨਾਲ ਜੁੜ ਗਿਆ। ਸ਼ੀਲਾ ਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸਦੀ ਇੱਕ ਲੱਤ ਦੁਕਾਨ ਤੇ ਰਹਿੰਦੀ ਤੇ ਦੂਜੀ ਹਸਪਤਾਲ ਵਿੱਚ। ਦੁਕਾਨ ਵੱਲ ਧਿਆਨ ਘੱਟ ਦੇਣ ਕਰਕੇ ਲੋਕ ਪੈਸੇ ਮੁੱਕਰ ਗਏ ਤੇ ਦੁਕਾਨਾਂ ਤਾਂ ਲਗਾਤਾਰ ਸਮੇਂ ਦੇ ਨਾਲ ਹੀ ਚੱਲਦੀਆਂ ਨੇ। ਦੁਕਾਨ ਦੀ ਬੱਸ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਸੀ। ਖਾਂਦੇ ਖਾਂਦੇ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਅੰਤ ਉਹਨਾਂ ਨੂੰ ਦੁਕਾਨ ਬੰਦ ਕਰਨੀ ਪਈ। ਫਿਰ ਪਿੰਡੋਂ ਕਿਸੇ ਨੇ ਸਲਾਹ ਦਿੱਤੀ ਕਿ ਜਦੋਂ ਤੁਸੀਂ ਭਿੰਦੇ ਦਾ ਇਲਾਜ ਸ਼ਹਿਰ ਵਿੱਚੋਂ ਕਰਵਾਉਣਾ ਹੈ ਤਾਂ ਕਿਉਂ ਨਾ ਤੁਸੀਂ ਸ਼ਹਿਰ ਵਿੱਚ ਹੀ ਕਮਰਾ ਕਿਰਾਏ ਤੇ ਲੈ ਕੇ ਉੱਥੇ ਰਹੀ ਜਾਵੋ। ਘੱਟੋ ਘੱਟ ਸ਼ਹਿਰ ਆਉਣ ਜਾਣ ਦਾ ਖਰਚਾ ਤਾਂ ਬਚ ਜਾਵੇਗਾ ਤੇ ਨਾਲੇ ਦੁਕਾਨ ਤਾਂ ਬੰਦ ਹੋ ਚੁੱਕੀ ਹੈ। ਸ਼ੀਲਾ ਉੱਥੇ ਕੋਈ ਕੰਮ-ਕਾਰ ਕਰ ਲਵੇਗੀ ਤੇ ਨਾਲੇ ਸਿਲਾਈ ਦਾ ਕੰਮ ਵੀ ਜਾਣਦੀ ਹੈ। ਸ਼ਹਿਰ ਵਿੱਚ ਤਾਂ ਇਹ ਕੰਮ ਚੱਲ ਹੀ ਪੈਂਦਾ ਹੈ। ਸ਼ੀਲਾ ਨੂੰ ਉਹਨਾਂ ਦੀ ਗੱਲ ਜੱਚ ਗਈ। ਉਸਨੇ ਝੱਟ ਸ਼ਹਿਰ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਸ਼ੀਲਾ ਪਹਿਲਾਂ ਤਾਂ ਦੁਕਾਨਾਂ ਦੇ ਉੱਪਰ ਨੌਕਰੀ ਕਰਦੀ ਰਹੀ ਤੇ ਇਸ ਦੇ ਨਾਲ ਭਿੰਦੇ ਦੀ ਦੇਖਭਾਲ ਕਰਨੀ ਔਖੀ ਸੀ। ਅੰਤ ਉਸਨੇ ਕੱਪੜੇ ਸੀਨ ਦਾ ਕੰਮ ਕਰ ਲਿਆ। ਇਸ ਨਾਲ ਉਹ ਆਪਣੇ ਘਰ ਵਾਲੇ ਦੀ ਦੇਖਭਾਲ ਵੀ ਕਰ ਸਕਦੀ ਸੀ ਤੇ ਕੰਮ ਵੀ ਠੀਕ ਚੱਲ ਪਿਆ। ਜਿਵੇਂ ਕਿਵੇਂ ਗੁਜ਼ਾਰਾ ਚੱਲ ਰਿਹਾ ਸੀ। ਭਿੰਦੇ ਦੀ ਹਾਲਤ ਵਿੱਚ ਵੀ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਸੀ। ਉਸਨੂੰ ਹੁਣ ਸਿਰਫ 2 ਹੀ ਗੱਲਾਂ ਸਤਾਉਂਦੀਆਂ ਸਨ ਤੇ ਉਸਦੇ ਘਰ ਵਾਲੇ ਦੀ ਸਿਹਤ ਅਤੇ ਦੂਸਰਾ ਸਾਹਮਣੇ ਰਹਿਣ ਵਾਲਾ ਮਹਿੰਦਰ ਸਿੰਘ। ਮਹਿੰਦਰ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਕਈ ਕਹਿੰਦੇ ਹੋਇਆ ਹੀ ਨਹੀਂ। ਸਾਰੇ ਉਸਨੂੰ ਮਿੰਦਾ ਛੜਾ ਕਹਿ ਕੇ ਛੇੜਦੇ। ਮਿੰਦਾ ਸਾਰਾ ਦਿਨ ਉਸਦੇ ਵੱਲ ਵੇਖਦਾ ਰਹਿੰਦਾ। ਜਦੋਂ ਵੀ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੋ ਕੇ ਵਿਹੜੇ ਵਿੱਚ ਕੱਪੜੇ ਸਿਉਣ ਲੱਗਦੀ ਤਾਂ ਸਾਹਮਣੇ ਛੱਤ ਤੇ ਆ ਕੇ ਬਹਿ ਜਾਂਦਾ ਤੇ ਉਸਦੇ ਵੱਲ ਘੂਰਦਾ ਰਹਿੰਦਾ। ਉਹ ਬੁਰੀ ਤਰ੍ਹਾਂ ਉਸ ਤੋਂ ਪਰੇਸ਼ਾਨ ਹੋ ਚੁੱਕੀ ਸੀ। ਸ਼ਿਕਾਇਤ ਵੀ ਕਿਸ ਨੂੰ ਕਰਦੀ। ਇੱਕ ਤਾਂ ਸ਼ਹਿਰ ਵਿੱਚ ਨਵੇਂ ਸਨ ਤੇ ਸਿਰ ਦਾ ਸਾਈਂ ਮੰਜੇ ਤੇ ਪਿਆ ਸੀ। ਕਦੇ ਕਦੇ ਤਾਂ ਉਸਦੇ ਮਨ ਵਿੱਚ ਆਉਂਦਾ ਕਿ ਕੋਈ ਚੀਜ਼ ਉਸਦੇ ਸਿਰ ਤੇ ਮਾਰੇ, ਪਰ ਫਿਰ ਸੋਚਦੀ ਕਿ ਉਹ ਔਰਤ ਜਾਤ ਹੈ, ਕੀ ਕਰੇ। ਛੜੇ ਦਾ ਕੁਝ ਨਹੀਂ ਜਾਣਾ, ਉਸਦੀ ਬਦਨਾਮੀ ਹੋ ਜਾਣੀ ਹੈ। ਉਹ ਆਪਣੀ ਮਸ਼ੀਨ ਚੁੱਕਦੀ ਤੇ ਘਰ ਦੇ ਅੰਦਰ ਆ ਜਾਂਦੀ। ਉਸਦਾ ਕੰਮ ਵਧੀਆ ਤੇ ਠੀਕ ਠਾਕ ਚੱਲ ਪਿਆ ਸੀ। ਭਿੰਦਾ ਵੀ ਹੁਣ ਅੱਗੇ ਨਾਲੋਂ ਕਾਫੀ ਠੀਕ ਹੋ ਚੁੱਕਾ ਸੀ। ਹੁਣ ਤਾਂ ਸੁੱਖ ਨਾਲ ਉਹ ਸ਼ੀਲਾ ਨੂੰ ਪਛਾਣਨ ਵੀ ਲੱਗ ਗਿਆ ਸੀ। ਸ਼ੀਲਾ ਵੀ ਚਾਹੁੰਦੀ ਸੀ ਕਿ ਉਹਦੇ ਸਿਰ ਦਾ ਸਾਈਂ ਜਲਦੀ ਜਲਦੀ ਠੀਕ ਹੋਵੇ ਤੇ ਖੁਸ਼ੀਆਂ ਫਿਰ ਤੋਂ ਮੁੜ ਆਉਣ। ਪਰ ਅਚਾਨਕ ਉਹਨਾਂ ਨੂੰ ਫਿਰ ਮਾਰ ਪੈ ਗਈ। ਵਿਦੇਸ਼ਾਂ ਵਿੱਚੋਂ ਜਹਾਜ਼ਾਂ ਤੇ ਚੜ੍ਹ ਕੇ ਕਰੋਨਾ ਵਾਇਰਸ ਭਾਰਤ ਵੱਲ ਆਉਣ ਲੱਗਾ। ਸਰਕਾਰ ਨੇ ਲੋਕਡਾਊਨ ਕਰਕੇ ਸਭ ਕੁਝ ਬੰਦ ਕਰ ਦਿੱਤਾ। ਕੀ ਦੁਕਾਨਾਂ, ਕੀ ਮਾਲ, ਕੀ ਸਕੂਲ ਕਾਲਜ, ਸਭ ਤੇ ਤਾਲੇ ਲੱਗ ਗਏ।
ਲੋਕ ਘਰਾਂ ਵਿੱਚ ਤੜੇ ਗਏ। ਕੰਮ ਬੰਦ ਹੋਣ ਕਾਰਨ ਸਭ ਪਾਸੇ ਮੰਦੀ ਦਾ ਦੌਰ ਚੱਲ ਪਿਆ। ਸ਼ੀਲਾ ਦਾ ਚੱਲਦਾ ਚੱਲਦਾ ਕੰਮ ਵੀ ਰੁਕ ਗਿਆ। ਲੋਕਾਂ ਨੂੰ ਤਾਂ ਆਪਣੀ ਜਾਨ ਬਚਾਉਣ ਦੇ ਲਾਲੇ ਪੈ ਰਹੇ ਸਨ। ਕੱਪੜੇ ਸਿਉਣ ਪਾਉਣ ਦਾ ਖਿਆਲ ਤਾਂ ਲੋਕਾਂ ਦੇ ਜ਼ਿਹਨ ਵਿੱਚ ਵੀ ਨਹੀਂ ਸੀ ਆ ਰਿਹਾ। ਸਿਲਾਈ ਦਾ ਕੰਮ ਰੁਕਣ ਕਰਕੇ ਸ਼ੀਲਾ ਦੇ ਘਰ ਦੇ ਹਾਲਾਤ ਫਿਰ ਖਰਾਬ ਹੁੰਦੇ ਜਾ ਰਹੇ ਸਨ। ਜਿੰਨੇ ਕੋ ਪੈਸੇ ਉਸਨੇ ਕਮਾਏ ਸਨ ਉਹ ਤਾਂ ਘਰ ਵਾਲੇ ਦੀ ਦਵਾਈ ਅਤੇ ਹੋਰ ਘਰੇਲੂ ਲੋੜਾਂ ਤੇ ਖਰਚ ਹੋ ਗਏ। ਘਰ ਦੇ ਵਿੱਚ ਹੁਣ ਗੁਜ਼ਾਰਾ ਕਰਨ ਨੂੰ ਵੀ ਕੁਝ ਨਹੀਂ ਸੀ ਬਚਿਆ। ਤੇ ਇੱਕ ਦਿਨ ਤਾਂ ਅਜਿਹਾ ਆ ਗਿਆ, ਘਰ ਵਿੱਚ ਨਾ ਤਾਂ ਦਵਾਈ ਲਈ ਪੈਸੇ ਸਨ ਤੇ ਨਾ ਹੋਰ ਖਰਚੇ ਲਈ। ਸ਼ੀਲਾ ਪੂਰੀ ਤਰ੍ਹਾਂ ਟੁੱਟ ਗਈ। ਵਿਹੜੇ ਵਿੱਚ ਬੈਠੀ ਸੋਚਾਂ ਵਿੱਚ ਡੁੱਬੀ ਹੋਈ ਸੀ। ਉੱਠ ਕੇ ਕਦੇ ਅੰਦਰ ਵੜਦੀ, ਕਦੇ ਬਾਹਰ ਜਾਂਦੀ ਕਿ ਮਿੰਦਾ ਛੜਾ ਛੱਤ ਦੇ ਉੱਪਰ ਆ ਕੇ ਖੜਾ ਹੋ ਗਿਆ ਅਤੇ ਉਸ ਵੱਲ ਘੂਰਨ ਲੱਗਾ। ਸ਼ੀਲਾ ਕਾਫੀ ਦੇਰ ਆਪਣੇ ਆਪ ਨਾਲ ਲੜਦੀ ਰਹੀ। ਅੰਤ ਉਸਦੀ ਹਿੰਮਤ ਜਵਾਬ ਦੇ ਗਈ। ਉਸਨੇ ਜਿਵੇਂ ਅੱਕ ਚੱਬਣ ਦਾ ਫੈਸਲਾ ਕਰ ਲਿਆ ਸੀ। ਮਜਬੂਰੀ ਵੀ ਪਤਾ ਨਹੀਂ ਇਨਸਾਨ ਤੋਂ ਕੀ ਕੁਝ ਕਰਵਾ ਦਿੰਦੀ ਹੈ। ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਡਰਦੀ ਸਹਿਮੀ ਮਿੰਦੇ ਦੇ ਘਰ ਵੱਲ ਨੂੰ ਵਧਣ ਲੱਗੀ। ਸ਼ੀਲਾ ਨੇ ਉਸਦੇ ਘਰ ਦੇ ਦਰਵਾਜ਼ੇ ਉੱਪਰ ਦਸਤਕ ਦਿੱਤੀ। ਮਿੰਦੇ ਨੇ ਭੱਜ ਕੇ ਦਰਵਾਜ਼ਾ ਖੋਲ੍ਹ ਦਿੱਤਾ। ਉਸਦਾ ਛੋਟਾ ਜਿਹਾ 2 ਕਮਰਿਆਂ ਦਾ ਘਰ ਸੀ। ਅੰਦਰ ਪਹੁੰਚ ਕੇ ਸ਼ੀਲਾ ਮੰਜੇ ਉੱਪਰ ਬੈਠ ਗਈ ਤੇ ਇੱਕੋ ਸਾਹ ਬੋਲਣਾ ਸ਼ੁਰੂ ਕਰ ਦਿੱਤਾ। ਮੈਨੂੰ ਪਤਾ ਹੈ ਤੁਸੀਂ ਮੇਰੇ ਵੱਲ ਲਗਾਤਾਰ ਦੇਖਦੇ ਹੋ ਤੇ ਹੁਣ ਲਾਕਡਾਊਨ ਕਰਕੇ ਮੇਰੀ ਵੀ ਮਜਬੂਰੀ ਹੋ ਚੁੱਕੀ ਹੈ। ਤੁਸੀਂ ਚਾਹੋ ਤਾਂ ਆਪਣੇ ਦਿਲ ਦੀ ਹਸਰਤ ਪੂਰੀ ਕਰ ਸਕਦੇ ਹੋ। ਮੈਂ ਭਾਵੇਂ ਇਸ ਤਰ੍ਹਾਂ ਦੀ ਔਰਤ ਨਹੀਂ ਹਾਂ, ਪਰ ਘਰ ਵਾਲੇ ਦੀ ਬਿਮਾਰੀ ਕਰਕੇ ਮੈਨੂੰ ਇਹ ਕੌੜਾ ਘੁੱਟ ਭਰਨਾ ਪੈ ਰਿਹਾ ਹੈ। ਤੁਸੀਂ ਚਾਹੋ ਤਾਂ ਆਪਣੇ ਦਿਲ ਦੇ ਅਰਮਾਨ ਪੂਰੇ ਕਰ ਲਵੋ ਤੇ ਮੈਨੂੰ ਕੁਝ ਪੈਸੇ ਦੇ ਦਿਓ ਤਾਂ ਕਿ ਮੈਂ ਘਰ ਦਾ ਗੁਜ਼ਾਰਾ ਚਲਾ ਸਕਾਂ ਤੇ ਆਪਣੇ ਬਿਮਾਰ ਪਏ ਘਰ ਵਾਲੇ ਦਾ ਇਲਾਜ ਕਰਵਾ ਸਕਾਂ। ਇਹ ਕਹਿ ਕੇ ਉਸਨੇ ਆਪਣੀ ਚੁੰਨੀ ਦਾ ਪੱਲਾ ਥੱਲੇ ਵੱਲ ਨੂੰ ਖਿਸਕਾ ਦਿੱਤਾ। ਮਿੰਦਾ ਉਸਦੇ ਨੇੜੇ ਆ ਗਿਆ ਤੇ ਉਸਦੇ ਕੋਲ ਬੈਠ ਗਿਆ। ਸ਼ੀਲਾ ਭਾਵੇਂ ਆਪਣੀ ਮਰਜ਼ੀ ਨਾਲ ਆਈ ਸੀ, ਪਰ ਫਿਰ ਵੀ ਅੰਦਰੋਂ ਅੰਦਰ ਹੀ ਡਰ ਰਹੀ ਸੀ। ਸ਼ਿੰਦੇ ਨੇ ਕੋਲ ਆ ਕੇ ਉਸਦੇ ਸਿਰ ਉੱਪਰ ਚੁੰਨੀ ਦਾ ਪੱਲਾ ਕਰ ਦਿੱਤਾ। ਉਹਦੇ ਸਿਰ ਤੇ ਹੱਥ ਰੱਖ ਕੇ ਬੋਲਿਆ, ਕਮਲੀਏ, ਇਹ ਕੀ ਕਰਨ ਲੱਗੀ ਸੀ ਤੂੰ? ਤੂੰ ਤਾਂ ਮੇਰੀਆਂ ਭੈਣਾਂ ਵਰਗੀ ਐ। ਉਹ ਬਚਪਨ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ। ਮੈਂ ਤਾਂ ਤੇਰੇ ਵੱਲ ਤਾਂ ਵੇਖਦਾ ਸਾਂ, ਮੈਨੂੰ ਤੇਰੇ ਵਿੱਚ ਆਪਣੀ ਭੈਣ ਨਜ਼ਰ ਆਉਂਦੀ ਸੀ। ਤੈਨੂੰ ਜਿੰਨੇ ਵੀ ਪੈਸਿਆਂ ਦੀ ਲੋੜ ਹੈ ਮੇਰੇ ਕੋਲੋਂ ਲੈ ਜਾਈਂ। ਨਾਲੇ ਖਬਰਦਾਰ, ਜੇ ਇਹੋ ਜਿਹੀ ਗੱਲ ਦੁਬਾਰਾ ਸੋਚੀ ਵੀ। ਸ਼ੀਲਾ ਉਸਦੇ ਗਲੇ ਲੱਗ ਕੇ ਰੋਣ ਲੱਗ ਪਈ। ਉਸਦੀ ਗਲਤਫਹਿਮੀ ਹੁਣ ਦੂਰ ਹੋ ਚੁੱਕੀ ਸੀ ਅਤੇ ਨਵਾਂ ਭਰਾ ਵੀ ਮਿਲ ਗਿਆ ਸੀ।